एक लोगों के सेंटीमेंट्स किस तरह भड़काए गए सन। Yes, it was all planned. It was all planned by अकाली दल। जी, I know it। और जो भी होता थी यही जानता, not able to get you at all, man। ਜੀ ਬਲਵੀਰ ਜੀ ਮੈਂ ਟਰਾਈ ਕਰਦੀ ਹਾਂ ਹੋਰ ਵੀ ਉੱਚੀ ਗੱਲ ਕਰਨ ਦੀ। ਜਿਸ ਤਰ੍ਹਾਂ ਤੁਸੀਂ ਕਾਨਫਰੰਸ ਦੇ ਵਿੱਚ ਤੁਸੀਂ ਇਹ ਵੀ ਦੱਸਿਆ ਸੀ ਕਿ ਕਿਵੇਂ ਸੁਖਵੀਰ ਬਾਦਲ ਨੇ ਤੁਹਾਡੇ ਰਾਹੀਂ ਸੋਧਾ ਸਾਧ ਦੇ ਪ੍ਰੇਮੀਆਂ ਦੀਆਂ ਲਿਸਟਾਂ ਬਣਵਾਈਆਂ, ਉਹਦੇ ਪਾਣ ਲਈ 10ਵੇਂ ਪਾਤਸ਼ਾਹ ਦੇ ਲਿਵਾਸ ਵਰਗਾ ਚੋਲਾ ਭੇਜਿਆ ਤੇ ਫੋਟੋਗ੍ਰਾਫਰ ਨੂੰ 2.5 ਲੱਖ ਰੁਪਇਆ ਦਿੱਤਾ। ਹੈਲੋ ਸਾਤੇ ਵਿੱਚ ਜਦੋਂ ਸਰਕਾਰ ਆਈ ਸੀ ਇਹਨਾਂ ਦੀ ਪਹਿਲੀ ਵਾਰੀ ਜੀ, ਉਸ ਦਾ ਪਹਿਲਾ ਕੰਮ ਜਿਹੜਾ ਉਸ ਵੇਲੇ ਸੁਖਬੀਰ ਬਾਦਲ ਨਾ ਤੇ ਡਿਪਟੀ ਚੀਫ ਮਿਨਿਸਟਰ ਤੇ ਨਾ ਇਹਨਾਂ ਦੇ ਕੋਲ ਕੋਈ ਚੰਦ ਅਹੁਦਾ ਸੀ। पर लगातार उस समय तो लेकर के आज तक पंजाब की सरकार सुखबीर बादल ही चलाते आ रहे हैं जी। पहला काम इन्होंने जो मैं कहा उन्होंने कहा कि जी इन्होंने वोट नहीं पाए सन उस वेले ओदा इन्होंने मन सरोज थी। उन्होंने कहा सारे तो पहले 2007 के जी सिरसा साध वाले जो बंदे है ने उन्होंने सारे बंद की मैपिंग करो। मैपिंग का मतलब होता है कि हर पिंड हर शहर हर टाउन किन्ने किन्ने बंदे इन्होंने है उन्होंने ना की है उन्होंने परिवार की है ने एक बड़ा वॉल्यूमिनस डॉक्यूमेंट प्रिपेयर किया गया थी जोड़ा कि इन्होंने दिता गया सी। हाँ जी। उसके बाद कुछ दिन इन्हों की अपनी जी सियासी गलबात जी चलती रही थी। हाँ जी। वेंट ऑन एंड ऑन जी। ਉਹਦੇ ਬਾਅਦ ਪਤਾ ਲੱਗਿਆ ਜਦੋਂ ਗੱਲ ਬੜੀ ਇੱਕਦਮ ਆ ਗਈ ਜਿਹੜੀ ਵਰਦੀ ਉੱਥੇ ਗਈ ਸੀ ਕਿਸ ਤਰ੍ਹਾਂ ਗੱਲ ਜਿਹੜੀ ਹੈਗੀ ਹੈ ਪ੍ਰੋਪੀਗੇਟ ਕੀਤੀ ਗਈ ਕਿਸ ਤਰ੍ਹਾਂ ਉਹਦੇ ਚ ਇੱਕ ਲੋਕਾਂ ਦੇ ਸੈਂਟੀਮੈਂਟਸ ਕਿਸ ਤਰ੍ਹਾਂ ਭੜਕਾਏ ਗਏ ਸਨ। Yes, it was all planned. It was all planned by ਅਕਾਲੀ ਦਲ। जी, I know it। और जो भी होता थी यही जानता थी उस पास हो जा रहे हैं उस पास जा रहे हैं दोनों को भड़का करके दोनों तक क्लैश कराने की कोशिश करो। और कदे BSF आ रही है कदे पुलिस आ रही है। इट वाज ऑल स्टेज्ड मैनेज्ड। जी जी ਤਾਂ ਵੀਰ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਤੁਹਾਡਾ ਫੋਨ ਟੈਪ ਹੋ ਰਿਹਾ ਤੁਹਾਡੀ ਆਵਾਜ਼ ਵੈਸੇ ਵੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ ਅੱਜ ਅਸੀਂ ex-DGP ਪੰਜਾਬ ਪ੍ਰੈਜ਼ੀਡੈਂਟ ਸ਼ਸ਼ੀ ਕਾਂਤ ਜੀ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸ਼ਸ਼ੀ ਕਾਂਤ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ TV 84 ਤੇ ਇੰਕਸ਼ਾਫ ਕੀਤਾ ਸੀ ਕਿ ਕਿਵੇਂ ਸੁਖਵੀਰ ਬਾਦਲ ਨੇ ਗੁਰਮੀਤ ਰਾਮ ਰਹੀਮ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਲਿਵਾਸ ਵਾਲੀ ਪੋਸ਼ਾਕ ਪਵਾ ਕੇ ਫੋਟੋ ਸ਼ੂਟ ਕੀਤਾ ਸੀਗਾ। ਸੋ ਅੱਜ ਅਸੀਂ ਇਸ ਵਿਸ਼ੇ ਸੰਬੰਧੀ ਤੇ ਪੰਜਾਬ ਦੇ ਵਿੱਚ ਇਹਨਾਂ ਵੱਲੋਂ ਚਲਾਈ ਜਿਹੜੀ ਨਸ਼ਾ ਵਿਰੋਧੀ ਕੈਂਪੇਨ ਚੱਲ ਰਹੀ ਹੈ ਉਸ ਤੇ ਵੀ ਇਹਨਾਂ ਦੇ ਵਿਚਾਰ ਲਵਾਂਗੇ ਤੇ ਹੋਰ ਵੱਖ-ਵੱਖ ਵਿਸਰ ਮੁੱਦਿਆਂ ਤੇ ਵੀ ਲਵਾਂਗੇ ਇਹਨਾਂ ਦੇ ਵਿਊਅਰਸ। ਤੇ ਸਾਨਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਸ਼ਸ਼ੀ ਕਾਂਤ ਜੀ ਫਰਮ ਚੰਡੀਗੜ੍ਹ। ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ ਖਬਰ ਮੁੱਖ ਚਰਚਾ ਦਾ ਵਿਸ਼ਾ ਹੈ ਉਹ ਹੈ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਪ੍ਰਿਜ਼ਨ ਸ਼ਸ਼ੀ ਕਾਂਤ ਜੀ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਕੀਤੇ ਗਏ ਇਨਕਸ਼ਾਫ। ਮੀਡੀਆ ਨੂੰ ਸੰਬੋਧਨ ਕਰਦੇ ਹਾਂ ਜਿੱਥੇ ਸ਼ਸ਼ੀ ਕਾਂਤ ਜੀ ਨੇ ਪੰਜਾਬ ਦੇ ਡਰੱਗ ਮਾਫੀਆ ਨਾਲ ਸੰਬੰਧਿਤ ਸਿਆਸੀ ਲੀਡਰਾਂ ਦੇ ਨਾਮ ਦੱਸੇ। ਉੱਥੇ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਸੌਦਾ ਸਾਧ ਨਾਲ ਸੰਬੰਧਿਤ ਟਕਰਾਅ ਵੀ ਸੁਖਵੀਰ ਬਾਦਲ ਦੀ ਸਾਜ਼ਿਸ਼ ਥੱਲੇ ਹੀ ਸ਼ੁਰੂ ਕੀਤਾ ਗਿਆ ਸੀ। ਅੱਜ ਅਸੀਂ ਪ੍ਰੈਸ ਕਾਨਫਰੰਸ ਦੇ ਵੇਰਵੇ ਅਤੇ ਇਹਨਾਂ ਇਨਕਸ਼ਾਫਾਂ ਸੰਬੰਧੀ ਸਿੱਧੇ ਤੌਰ ਤੇ ਸ਼ਸ਼ੀ ਕਾਂਤ ਜੀ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜਿਹੜੇ ਕਿ ਇਸ ਵੇਲੇ ਸਾਨਾ ਫੋਨ ਲਾਈਨ ਤੇ ਚੰਡੀਗੜ੍ਹ ਤੋਂ ਜੁੜ ਚੁੱਕੇ ਨੇ। ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਫਸਟ ਆਫ ਆਲ ਵੈਲਕਮ ਬੈਕ। ਜਿਸ ਤਰ੍ਹਾਂ ਗੱਲਬਾਤ ਕੀਤੀ ਸੀਗੀ ਤੁਸੀਂ TV 84 ਤੇ ਇਹ ਗੱਲ ਸਾਨੂੰ ਸਮਝਾਈ ਸੀ ਕਿਵੇਂ ਸੁਖਵੀਰ ਬਾਦਲ ਨੇ ਇਸ ਰਾਮ ਰਹੀਮ ਨੂੰ ਬਣਾਇਆ ਹੈ, ਇਸ ਬੰਦੇ ਨੂੰ ਕਿਸ ਤਰ੍ਹਾਂ ਉਹਨੇ ਸਾਧ ਬਣਾਇਆ ਹੈ, ਇਸ ਨੂੰ ਕਿਸ ਤਰ੍ਹਾਂ ਡੇਰਾ ਮੁਖੀ ਬਣਾਇਆ ਹੈ। ਪਰ ਜਿਸ ਤਰ੍ਹਾਂ ਸੁਖਵੀਰ ਬਾਦਲ ਜਿਹੜਾ ਇਸ ਵਿੱਚ ਕੀ ਰੋਲ ਸੀ, ਗੁਰਮੀਤ ਰਾਮ ਰਹੀਮ ਨੂੰ ਕਿਉਂ ਸਾਧ ਬਣਾਇਆ ਗਿਆ ਅਤੇ ਕਿਸ ਤਰ੍ਹਾਂ ਇਹਨੂੰ ਪੋਸ਼ਾਕ ਪਾ ਕੇ ਇਸਦਾ ਫੋਟੋ ਸ਼ੂਟ ਕੀਤਾ ਗਿਆ, ਇਸ ਪਿੱਛੇ ਕੀ ਮਕਸਦ ਸੀਗਾ ਤੇ ਹੁਣ ਇਹਨੂੰ ਕਿਉਂ ਮਾਫ ਕਰ ਦਿੱਤਾ ਗਿਆ ਹੈ। ਤਾਂ ਇਸ ਬਾਰੇ ਵੀ ਤੁਹਾਡੇ ਅਸੀਂ ਵਿਊਅਰਸ ਲੈਣਾ ਚਾਹਾਂਗੇ ਕਿ ਸਾਡੇ ਨਾਲ ਬਹੁਤ ਸਾਰੇ ਨਵੇਂ ਸਾਡੇ ਜਿਹੜੇ ਵਿਊਅਰਸ ਨੇ ਉਹ ਜੁੜ ਚੁੱਕੇ ਨੇ ਉਹਨਾਂ ਦੀ ਜਾਣਕਾਰੀ ਲਈ ਚਾਹਾਂਗੇ ਤੁਹਾਨੂੰ ਥੋੜਾ ਜਿਹਾ ਡੀਟੇਲ ਦੇ ਵਿੱਚ ਇਸ ਬਾਰੇ ਵੀ ਦੱਸੋ। ਜਿਵੇਂ ਮੈਨੂੰ ਕਿਹਾ ਕਿ ਇਹ ਸਾਰੀ ਗੱਲ ਜਿਹੜੀ ਹੈਗੀ ਹੈ ਸਾਰੀ ਪੋਲੀਟੀਕਲ ਗੱਲ ਮੈਨੂੰ ਜਾਪਦੀ ਹੈਗੀ ਹੈ ਸਾਰੀ ਇਟ ਵਾਜ਼ ਆਲ ਪੋਲੀਟੀਕਲ। ਹਾਂ ਤੁਸੀਂ ਪੁੱਛਿਆ ਤੇ ਮੈਨੂੰ ਯਾਦ ਆਉਂਦਾ ਹੈਗਾ 2007 ਦੇ ਵਿੱਚ ਸਾਰਿਆਂ ਤੋਂ ਪਹਿਲੇ ਜਿਹੜੀ ਗੱਲ ਹੋਈ ਸੀ ਪਹਿਲੀ ਐਕਸਰਸਾਈਜ਼ ਜਿਹੜੀ ਇੰਟੈਲੀਜੈਂਸ ਡਿਪਾਰਟਮੈਂਟ ਨੇ ਟੇਕ ਅਪ ਕੀਤੀ ਸੀ ਉਹ ਸੀ ਆਰਡਰ ਸੀ ਕਿ ਜਿਹੜੇ ਡੇਰਾ ਪ੍ਰੇਮੀ ਹੈਗੇ ਨੇ ਉਹਨਾਂ ਦੀ ਮੈਪਿੰਗ ਕੀਤੀ ਜਾਵੇ। ਮੈਪਿੰਗ ਦਾ ਮਤਲਬ ਇਹ ਹੁੰਦਾ ਹੈਗਾ ਕਿ ਜਿੰਨੇ ਪ੍ਰੋਮੀਨੈਂਟ ਹੈਗੇ ਨੇ ਉਹਦੇ ਜਿਹੜੇ ਦੇ ਬੰਦੇ ਉਹਨਾਂ ਦੇ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਜਾਵੇ ਕਿਉਂਕਿ ਉਸ ਵੇਲੇ ਤੁਹਾਨੂੰ ਯਾਦ ਹੋਏਗਾ ਕਿ ਪ੍ਰੀਵੀਅਸ ਇਲੈਕਸ਼ਨਸ ਦੇ ਵਿੱਚ ਜਦੋਂ ਕਾਂਗਰਸ ਪਾਵਰ ਦੇ ਵਿੱਚ ਆਈ ਸੀ ਡੇਰੇ ਨੇ ਸਪੋਰਟ ਕੀਤਾ ਸੀ ਕਾਂਗਰਸ ਨੂੰ ਉਹਦੇ ਕਰਕੇ ਇਸ ਪਾਰਟੀ ਦਾ ਲਾਸ ਹੋਇਆ ਸੀ।
बेसिकली वही जी गल हैगी है, शायद रंजिश वाली गल थी कि एक सबक सिखाना हैगा, बट सबक सिखाना है व्हाट कॉस्ट, नॉट एट द कॉस्ट ऑफ ह्यूमन लाइफ, सेकेंडली नॉट एट द कॉस्ट ऑफ ह्यूमन लाइफ। तो ਉਹਦੇ तहत एक पोलिटिकल कॉन्ट्रोवर्सी हुई सी, एक पोलिटिकल प्लानिंग हुई सी, एक षडयंत्र होया सी ਜਿਹਦੇ चलते वो जी ड्रेस हैगी है, वो जोड़े कपड़े हैगे ने वो उत्थे पुजाए गए सन ते somehow the other he wore them and ਉਹਦੇ बाद कॉन्ट्रोवर्सी ਜਦੋਂ ਹੋਈ ਹੈਗੀ ਹੈ ਉਸ ਵੇਲੇ ਪੂਰੀ ਕੋਸ਼ਿਸ਼ ਹੋਈ ਸੀ ਕਿ ਕॉन्ट्रोवर्सी ਜਿਹੜੀ ਹੈਗੀ ਹੈ ਲਗਾਤਾਰ ਵੱਧਦੀ ਜਾਏ ਕਲੈਸ਼ਸ ਹੋਏ ਸਨ, ਦੋਵੇਂ ਪਾਸੋਂ ਇਨਸਟੀਗੇਟ ਕੀਤਾ ਜਾਂਦਾ ਸੀ ਕਿ ਹਾਂ ਜੀ ਤੁਸੀਂ ਅੱਗੇ ਆਓ ਤੁਹਾਡੇ ਨਾਲ ਵਿਤਕਰਾ ਹੋਇਆ ਹੈਗਾ। ਇਟਸ ਬੈਡ ਪੋਲਿਟਿਕਸ। जी सो बेसिकली यू ट्राइंग टू से ਇਹ ਸਿਰਫ ਜਿਹੜੀ ਆ ਵੋਟਾਂ ਦੀ ਰਾਜਨੀਤੀ ਹੈ, ਜਿਸ ਤਰ੍ਹਾਂ ਇਹਨੂੰ ਪਹਿਲਾਂ ਬਣਾਇਆ ਗਿਆ ਸੀ ਉਹ ਵੀ ਵੋਟਾਂ ਦੀ ਰਾਜਨੀਤੀ ਸੀ, ਜਿਸ ਤਰ੍ਹਾਂ ਹੁਣ ਇਹਨੂੰ ਮਾਫ ਕਰ ਦਿੱਤਾ ਗਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ। ਅਸੀਂ ਜਾਣਦੇ ਕਿ ਆਲਮੋਸਟ 2015 ਖਤਮ ਹੋ ਗਿਆ ਹੈ, 2016 ਚੜ੍ਹਨ ਲੱਗਾ ਹੈ ਤੇ 17 ਦੇ ਵਿੱਚ ਵੋਟਾਂ ਸ਼ੁਰੂ ਹੋ ਜਾਣਗੀਆਂ, ਸ਼ਾਇਦ ਤਾਂ ਕਰਕੇ ਇਸ ਨੂੰ ਇਹ ਧਰਮ ਦਾ ਮਸਲਾ ਨਹੀਂ ਬਲਕਿ ਇੱਕ ਵੋਟਾਂ ਦੀ ਰਾਜਨੀਤੀ ਕਰਕੇ ਇਸ ਨੂੰ ਮਾਫ ਕਰ ਦਿੱਤਾ ਗਿਆ ਹੈ। ਇਸ ਦਾ ਹਾਂਜੀ ਬਿਲਕੁਲ, ਵੋਟਾਂ ਜਿਹੜਾ ਚੱਲ ਰਿਹਾ ਹੈਗਾ, ਵੋਟਾਂ ਦੀ ਪੋਲਿਟਿਕਸ ਜਿਹੜੀ ਹੈਗੀ ਹੈ, ਵੋਟਾਂ ਦੀ ਰਾਜਨੀਤੀ ਜਿਹੜੀ ਹੈਗੀ ਉਹਦੇ ਕਰਕੇ ਚੱਲ ਰਿਹਾ ਹੈਗਾ, ਉਹਦੇ ਕਰਕੇ ਹੋਇਆ ਹੈਗਾ। ਪਰ ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈਗਾ ਕਿ ਜਿਹੜੇ ਦੂਜੇ ਪਾਸੇ ਸਾਈਡ ਹੈਗੀ ਹੈ, ਜਿਹੜੇ ਡੇਰੇ ਦੀ ਸਾਈਡ ਹੈਗੀ ਹੈ, ਉਹ ਵੀ ਇਸ ਗੱਲ ਨੂੰ ਪੂਰੀ ਸਮਝਦੇ ਹੈਗੇ ਨੇ ਕਿ ਇਸ ਤਰ੍ਹਾਂ ਦੇ ਵਰ ਟੇਕਨ ਔਨ ਫॉर ਅ ਰਾਈਡ, ਕਿਸ ਤਰ੍ਹਾਂ ਉਹਨਾਂ ਨੂੰ ਵੀ ਯੂਜ਼ ਕੀਤਾ ਗਿਆ ਸੀ। ਆਮ ਸ਼ੋਰ ਜਾਣ ਵਾਲੇ ਇਲੈਕਸ਼ਨਸ ਦੇ ਵਿੱਚ ਇੰਪੋਰਟੈਂਟ ਹੋਏਗਾ ਕਿ ਉਹ ਜਾਣਦੇ ਬੁੱਝਦੇ ਉਹ ਨਾਲ ਤੁਰਦੇ ਹੈਗੇ ਨੇ, ਨਹੀਂ ਤੁਰਦੇ ਹੈਗੇ ਰੱਬ ਜਾਣੇ, ਬਟ ਯੈਸ ਇਟ ਵਾਸ ਆਲ ਪੋਲਿਟਿਕਸ। ਇਹ ਸਾਰੀ ਜਿਹੜੀ ਹੈਗੀ ਹੈ ਵੋਟਾਂ ਦੀ ਰਾਜਨੀਤੀ ਸੀ। ਜੀ ਬਿਲਕੁਲ। ਤੇ ਵੀ ਜਿਸ ਤਰ੍ਹਾਂ ਇਸ ਵੇਲੇ ਸਿੱਖ ਜਿਹੜੇ ਇੱਕ ਲੋਕਾਂ ਦੇ ਸੈਂਟੀਮੈਂਟਸ ਕਿਸ ਤਰ੍ਹਾਂ ਭੜਕਾਏ ਗਏ ਸਨ, ਯੈਸ ਇਟ ਵਾਸ ਆਲ ਪਲਾਨਡ, ਇਟ ਵਾਸ ਆਲ ਪਲਾਨਡ ਬਾय ਅਕਾਲੀ ਦਲ। ਜੀ ਆਈ ਨੋ ਇਟ, ਔਰ ਜਦੋਂ ਵੀ ਹੁੰਦਾ ਸੀ ਇਹੀ ਜਾਂਦਾ ਕਰੈਕਟ, ਔਰ ਮੈਂ ਉਹਦੇ ਤੇ ਕਾਇਮ ਹੈਗਾ। ਹਾਂਜੀ ਤੇ ਵੀਰ ਜੀ ਜਿਸ ਤਰ੍ਹਾਂ ਤੁਸੀਂ ਇਹ 98 ਐਂਡ ਮੋਰ ਪਰਸਨ ਦੀ ਲਿਸਟ ਜਾਰੀ ਕੀਤੀ ਸੀ, ਜਿਹੜੀ ਤੁਸੀਂ ਪਹਿਲਾਂ ਕੋਰਟ ਵਿੱਚ ਸਬਮਿਟ ਕੀਤੀ ਸੀ, ਜਿਸ ਦੇ ਵਿੱਚ ਕਾਫੀ ਸਾਰੀ ਜਿਸ ਤਰ੍ਹਾਂ ਗੱਲ ਕੀਤੀ ਕਿ ਬਿਊਰੋਕਰੈਟ ਸੀਗੇ, ਪੁਲਿਸ ਆਫੀਸਰ ਸੀਗੇ, ਲੀਡਰਸ ਆਫ ਕਾਂਗਰਸ ਐਂਡ ਬੀਜੇਪੀ ਸੀਗੇ, ਈਵਨ ਵਿਕਰਮ ਸਿੰਘ ਮਜੀਠੀਆ ਵੀ ਜਿਹੜੇ 6 ਕਰੋੜ ਦੀ ਡਰੱਗ ਸਿੰਥੈਟਿਕ ਡਰੱਗ ਦੇ ਥੱਲੇ ਫੜਿਆ ਗਿਆ ਸੀ, ਉਸਨੂੰ ਵੀ ਕਲੀਨ ਚਿੱਟ ਮਿਲ ਗਈ। ਤੁਹਾਨੂੰ ਕੀ ਲੱਗਦਾ ਕਿ ਹੁਣ ਕੋਰਟ ਕੀ ਇਸ ਤੇ ਐਕਸ਼ਨ ਲੇਗੀ? what makes you think ਕਿ ਤੁਹਾਨੂੰ ਹੁਣ ਇਨਸਾਫ ਮਿਲੇਗਾ ਇਸ ਚੀਜ਼ ਤੇ? ਦੇਖੋ ਇਹ ਸਾਰੀ ਗੱਲਾਂ ਜਿਹੜੀ ਹੈਗੀਆਂ ਨੇ ਅਨਫੋਰਚੂਨੇਟਲੀ ਸਿਆਸੀ ਹੋ ਰਹੀਆਂ ਨੇ। ਜਿਹੜੇ ਸਾਡੇ ਪੰਜਾਬ ਦੇ ਸਿਆਸੀ ਬੰਦੇ ਸੀਗੇ ਜਾਂ ਕਿਸੇ ਪੋਲੀਟੀਕਲ ਪਾਰਟੀ ਦੇ ਹੈਗੇ ਨੇ, ਇਹਨਾਂ ਦੇ ਪੰਜਾਬ ਦੇ ਨਾਲ, ਪੰਜਾਬੀਅਤ ਦੇ ਨਾਲ, ਪੰਜਾਬੀ ਵੀਰਾਂ ਦੇ ਨਾਲ, ਪੰਜਾਬੀ ਨੌਜਵਾਨਾਂ ਦੇ ਨਾਲ, ਪੰਜਾਬੀ ਸੱਭਿਅਤਾ ਦੇ ਨਾਲ, ਪੰਜਾਬੀ ਆਪਣੇ ਸਾਡੇ ਗੁਰੂਆਂ ਦੇ ਨਾਲ ਇਹਨਾਂ ਦਾ ਜਾਬਤਾ ਹੈਗਾ, ਕੋਈ ਲੈਣਾ ਦੇਣਾ ਨਹੀਂ ਹੈਗਾ। ਇਹਨਾਂ ਤੋਂ ਵੱਡਾ ਗੈਰ ਪੰਜਾਬੀ ਇਨਸਾਨ ਪੰਜਾਬੀਅਤ ਦਾ ਦੁਸ਼ਮਣ ਸ਼ਾਇਦ ਨਹੀਂ ਹੋ ਸਕਦਾ ਹੈਗਾ। ਇਹ ਉਹ ਬੰਦੇ ਹੈਗੇ ਨੇ ਜਿਹੜਾ ਕਿ ਪੂਰੇ ਪੰਜਾਬ ਦੀ ਪੂਰੀ ਨੌਜਵਾਨਾਂ ਦੀ ਪੂਰੀ ਜਨਰੇਸ਼ਨ ਜਿਹੜੀ ਹੈਗੀ ਖਤਮ ਕਰ ਚੁੱਕੇ ਹੈਗੇ ਨੇ। ਇਹ ਸਾਰੇ ਕਾਤਲ ਹੈਗੇ ਨੇ। ਇਹ ਟਾਈਮ ਹੈਗਾ, ਮੈਂ ਕਹਿਣਾ ਹੈਗਾ ਕਿ ਭਾਜੀ ਪੰਜਾਬੀਆਂ ਨੂੰ ਇੱਕ ਵਾਰੀ ਫੇਰ ਚੱਕਣ ਦਾ, ਨਹੀਂ ਚੱਕਦੇ ਇਸ ਵਾਰੀ ਜੇ ਮੈਂ ਚੁੱਪ ਹੋ ਗਿਆ, ਰੈਸਟ ਅਸ਼ੋਰ ਕਿਸੇ ਬੰਦੇ ਦੀ ਹਿੰਮਤ ਨਹੀਂ ਪੜੇਗੀ ਨਸ਼ਿਆਂ ਦੇ ਖਿਲਾਫ ਫਿਰ ਆਵਾਜ਼ ਉਠਾਉਣ ਦੀ ਗੱਲ ਕਰ। ਜੀ ਬਿਲਕੁਲ। ਤੇ ਚਰਚਾ ਦੇ ਲਈ ਸਾਡੇ ਨਾਲ ਖਾਸ ਤੌਰ ਤੇ ਪੰਜਾਬ ਤੋਂ ਐਕਸ ਡੀਜੀਪੀ ਜਿਹੜੇ ਹੈਗੇ ਆ ਪੰਜਾਬ ਦੇ ਰਹੇ ਸ਼ਸ਼ੀਕਾਂਤ, ਉਹ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ। ਉਹਨਾਂ ਬਾਰੇ ਮੈਂ ਇਹ ਵੀ ਦੱਸ ਦਿਆਂ ਕਿ ਜਦੋਂ 2007 ਦੇ ਵਿੱਚ ਡੇਰਾ ਸਿਰਸਾ ਅਤੇ ਸਿੱਖਾਂ ਦੇ ਵਿਚਾਲੇ ਕਲੈਸ਼ ਹੋਇਆ ਸੀ ਤਾਂ ਉਹਨਾਂ ਵੱਲੋਂ ਉਸ ਤੋਂ ਬਾਅਦ ਇਹ ਇੰਕਸ਼ਾਫ TV84 ਤੇ ਪਹਿਲੀ ਵਾਰ ਕੀਤਾ ਗਿਆ ਸੀ ਕਿ ਸੁਖਬੀਰ ਬਾਦਲ ਵੱਲੋਂ ਹੀ ਜਿਹੜੀ ਇਹ ਸਾਰੀ ਵਿਉਂਤਬੰਦੀ ਸੀ ਉਸ ਘਟਨਾਕ੍ਰਮ ਦੀ, ਡੇਰਾ ਸਿਰਸਾ ਮੁਖੀ ਨੂੰ ਪੋਸ਼ਾਕ ਗੁਰੂ ਗੋਬਿੰਦ ਸਿੰਘ ਵਰਗੀ ਪਹੁੰਚਾਉਣੀ ਤੇ ਉਸ ਤੋਂ ਬਾਅਦ ਉਹਦੀਆਂ ਜਿਹੜੀਆਂ ਐਡਵਰਟਾਈਜ਼ਮੈਂਟਸ ਨੇ ਖਾਸ ਤੌਰ ਤੇ ਅਜੀਤ ਦੇ ਵਿੱਚ ਲੱਗਣੀਆਂ ਤੇ ਉਸ ਤੋਂ ਬਾਅਦ ਜਿਹੜਾ ਸਾਰਾ ਵਿਵਾਦ ਖੜਾ ਹੋਇਆ ਸੀ, ਇਸ ਸਾਰੇ ਦੇ ਬਿਹਾਈਂਡ ਸੁਖਬੀਰ ਬਾਦਲ ਦਾ ਹੱਥ ਸੀਗਾ। ਸੋ ਅੱਜ ਦੀ ਜਿਹੜੀ ਗੱਲਬਾਤ ਹੈਗੀ ਆ ਅਸੀਂ ਉਹਨਾਂ ਨਾਲ ਕਰਾਂਗੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਸ਼ਸ਼ੀਕਾਂਤ ਜੀ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਜਿਹੜੇ ਛੋਟਾ ਹੈ ਜਿਹਨੇ ਸਾਰਿਆਂ ਨੂੰ ਫਤਿਹ ਜੀ। ਸ਼ਸ਼ੀਕਾਂਤ ਜੀ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਇਹੀ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਜਿਹੜਾ ਇਹ ਸਾਰਾ ਘਟਨਾਕ੍ਰਮ ਅੱਜ ਸਾਡੇ ਸਾਹਮਣੇ ਆਇਆ, ਖਾਸ ਤੌਰ ਤੇ ਜਦੋਂ ਅਸੀਂ ਨੁਕਸਾਨ ਦੀ ਗੱਲ ਕਰਦੇ ਹਾਂ, ਉਹ ਜਾਨੀ ਨੁਕਸਾਨ ਹੋਵੇ ਜਾਂ ਮਾਲੀ ਨੁਕਸਾਨ ਹੋਵੇ, ਇਹਦੇ ਬਿਹਾਈਂਡ ਜਦੋਂ ਅਸੀਂ ਜਾਂਦੇ ਹਾਂ ਤੇ ਇਹ ਜਿਹੜੀ ਸਿਚੁਏਸ਼ਨ ਹੈ ਇਹ ਇੱਥੇ ਤੱਕ ਕਿਵੇਂ ਪਹੁੰਚੀ, ਕਿਹੜੇ-ਕਿਹੜੇ ਫੈਕਟਰਸ ਨੇ ਇਹਦੇ ਵਿੱਚ ਰੋਲ ਪਲੇ ਕੀਤਾ,
ਖਾਸ ਤੌਰ ਤੇ ਜਦੋਂ ਸਿਆਸਤ ਦੀ ਗੱਲ ਕਰਦੇ ਹਾਂ, ਜਿਵੇਂ ਮੈਂ ਮੈਂਸ਼ਨ ਕੀਤਾ ਕਿ 2007 ਦੇ ਵਿੱਚ ਜਿਹੜਾ ਡੇਰਾ ਤੇ ਸਿੱਖਾਂ ਦਾ ਕਲੈਸ਼ ਹੋਇਆ ਸੀ, ਉਹਦੇ ਬਿਹਾਈਂਡ ਤੁਹਾਡਾ ਹੀ ਇੰਕਸ਼ਾਫ ਸੀਗਾ ਕਿ ਇਹਦੇ ਪਿੱਛੇ ਸੁਖਬੀਰ ਬਾਦਲ ਦਾ ਹੱਥ ਸੀ। ਤਾਂ ਕਹਿ ਲਿਆ ਜਾਵੇ ਵੀ ਸਿਆਸਤ ਤੇ ਸਿਆਸੀ ਰੋਟੀਆਂ ਸੇਕਣ ਦੇ ਲਈ ਜਿਹੜੀ ਕਮਿਊਨਲ ਵਾਇਲੈਂਸ ਹੈਗੀ ਹੈ ਉਹਨੂੰ बढ़ावा दिता गया, हवा दी गई तो एक सिचुएशन क्रिएट की गई, ਉਹਦੇ ਵਿੱਚੋਂ ਹੀ ਨਿਕਲਦਿਆਂ ਅੱਜ ਇੱਕ ਇਹ ਵੀ ਰਿਜ਼ਲਟ ਜਿਹੜਾ ਹੈਗਾ ਉਹ ਸਾਡੇ ਸਾਹਮਣੇ ਹੈ। ਸੋ ਕੀ ਕਹਿਣਾ ਚਾਹੋਗੇ ਇਸ ਬਾਬਤ ਸਾਰੀ ਸਿਚੁਏਸ਼ਨ ਨੂੰ ਦੇਖਦਿਆਂ ਹੋਇਆਂ ਜਦੋਂ ਅਸੀਂ ਪਿਛੋਕੜ ਦੇਖਦੇ ਹਾਂ ਇਹਦਾ? ਪੰਜਾਬ ਦੇ ਵਿੱਚ ਡੇਰਾਵਾਦ ਜਿਹੜਾ ਹੈਗਾ ਸਾਰਿਆਂ ਨੂੰ ਪਤਾ ਹੈਗਾ ਕਿ ਕਿਸ ਤਰ੍ਹਾਂ ਪਿਛਲੇ ਕੁਝ ਡਿਕੇਡਸ ਦੇ ਵਿੱਚ ਬਣ ਪਿਆ ਹੈਗਾ। ਇਹ ਡੇਰੇ ਜਿਹੜੇ ਹੈਗੇ ਨੇ ਤੁਹਾਨੂੰ ਪਤਾ ਹੈਗਾ ਆਮ ਤੌਰ ਤੇ ਇਹਨਾਂ ਦਾ ਆਪਣਾ ਜਿਹੜਾ ਇਨਫਲੂਐਂਸ ਹੈਗਾ ਬਹੁਤ ਜ਼ਿਆਦਾ ਹੁੰਦਾ ਹੈਗਾ ਜੀ। ਤੇ ਜਿਹੜੀ ਜਨਤਾ ਹੈਗੀ ਹੈ, ਭੋਲੀ ਭਾਲੀ ਜਨਤਾ ਹੈਗੀ ਹੈ, ਸਾਰੀ ਕਮਿਊਨਿਟੀਜ਼ ਦੇ ਉੱਥੇ ਜਾ ਕਰਕੇ ਮੱਥਾ ਟੇਕਦੇ ਹੈਗੇ ਨੇ, ਜਿਹੜਾ ਕਿ ਮੈਂ ਸਮਝਦਾ ਹੈਗਾ ਆਪਣੀ ਜਿੰਨੀ ਛੋਟੀ ਬਹੁਤ ਮੇਰੀ ਅਕਲ ਹੈ ਕਿ ਇਹ ਸ਼ਾਇਦ बहुत सी गल नहीं है जो बंदे ने विश्वास करना चाहिए है, जैसे रब से विश्वास करे, वाहिगुरू से विश्वास करे, जड़ा भी जी आस्था हैगी है जी। पर ठीक है लोगों का अपना विचार है। जो लोग इन्ने वड्डी तादाद के किसी डेरे पुजना शुरू कर देते हैं जिन्हें भी जी बहुत पॉलिटिक्स हैगी है, सारे को पता है किस तरह चलती हैगी है। पोलिटिकल पार्टीज की कोशिश होती है कि जो डेरे के उत्ते किस न किस तरीके के नाल ਉਹਨੂੰ ਆਪਣੇ ਸਫੀਅਰ ਆਫ ਇਨਫਲੂਐਂਸ ਦੇ ਵਿੱਚ ਦੇ ਲੈ ਤਾਂ ਕਿ ਉਹਨਾਂ ਨੂੰ ਸਿਆਸੀ ਫਾਇਦਾ ਵੋਟਾਂ ਦਾ ਜਿਹੜਾ ਹੈਗਾ ਜੀ। ਇਹ ਕਾਰਨ ਹੈਗਾ ਕਿ ਪੰਜਾਬ ਦੇ ਵਿੱਚ ਇੱਕ ਲੋਕਾਂ ਦੇ ਸੈਂਟੀਮੈਂਟਸ ਕਿਸ ਤਰ੍ਹਾਂ ਭੜਕਾਏ ਗਏ ਸਨ। ਇਟ ਵਾਸ ਆਲ ਪਲਾਨਡ, ਇਟ ਵਾਸ ਆਲ ਪਲਾਨਡ ਬਾय ਅਕਾਲੀ ਦਲ ਜੀ। ਆਈ ਨੋ ਇਟ। ਔਰ ਜਦੋਂ ਵੀ ਹੁੰਦਾ ਸੀ ਇਹੀ ਜਾਂਦਾ